किसी को, पावन को हर राजा, पावन को हर राजा, पावन को हर राजा, पावन को हर राजा, पावन को हर राजा। पावन को हर राजा, पावन को हर राजा, आपन बाप नाही किसी को, आपन बाप नाही किसी को, पावन को हर राजा, पावन को हर राजा, पावन को हर राजा, पावन को हर राजा। जो हम बांधे मोह। जो गुरु साध संगत जी ਅੱਜ 27 ਤਰੀਕ ਆ, 22 ਤਰੀਕ ਤੋਂ ਜਿਹੜੇ ਕੈਂਪ ਦੇ ਵਿੱਚ ਸਿਲੈਕਟ ਕੀਤੇ ਗਏ ਸੀ ਡਾਕਟਰ ਸਾਹਿਬਾਨ ਵੱਲੋਂ, ਉਹ ਪੰਜਾਬ ਸਿਹਤ ਵਿਭਾਗ ਦੇ ਹਦਾਇਤ ਅਨੁਸਾਰ, ਉਹਨਾਂ ਦੇ ਹੁਕਮਾਂ ਅਨੁਸਾਰ ਅਸੀਂ 30 ਤੋਂ 35 ਤੱਕ ਰੋਜ਼ ਲੈਂਸ ਪਾਉਂਦੇ ਆ। ਜਿੰਨੇ ਵੀ ਸਾਡੇ ਕੋਲ ਮਰੀਜ਼ ਆਏ ਆ ਅਸੀਂ ਉਹਨਾਂ ਨੂੰ ਸਾਰਿਆਂ ਦੇ ਹੀ ਲੈਂਸ ਪਾਉਣੇ ਆ। ਔਰ ਉਸ ਤੋਂ ਬਾਅਦ ਕਈਆਂ ਨੂੰ ਪਤਾ ਲੱਗਿਆ ਉਹ ਵੀ ਹਰ ਰੋਜ਼ ਸਾਡੇ ਕੋਲ 75 ਇੱਕ ਦਿਨ ਆਏ, 30 ਇੱਕ ਦਿਨ ਆਏ, ਤੇ ਜਿਹੜੇ ਆਏ ਉਹਨਾਂ ਨੂੰ ਅਸੀਂ ਉਹਨਾਂ ਸਿਲੈਕਟ ਕਰ ਲਿਆ। ਪਰ ਉਹਨਾਂ ਨੂੰ ਸਿਲੈਕਟ ਕਰਕੇ ਪਰਚੀ ਦੇ ਦਿੱਤੀ ਆ, ਉਹਨਾਂ ਦੀ ਫਾਈਲਾਂ ਤਿਆਰ ਹੋ ਗਈਆਂ। ਔਰ ਜਿਹੜੇ ਜਿੱਦਾਂ ਡਾਕਟਰ ਸਾਹਿਬ ਉਹਨਾਂ ਨੂੰ ਟਾਈਮ ਦੇਣਗੇ ਉਹਦੇ ਅਨੁਸਾਰ ਹੀ ਅਸੀਂ ਕਰਾਂਗੇ। ਕਿਸੇ ਨੇ ਕਾਹਲੀ ਨਹੀਂ ਕਰਨੀ ਔਰ ਇਹ ਨਹੀਂ ਕਹਿਣਾ ਕਿ ਸਾਡੀ ਸ਼ਾਇਦ ਅਸੀਂ ਲੇਟ ਆਏ ਤੇ ਸਾਡੀ ਅੱਖ ਨਹੀਂ ਬਣਨੀ। ਸਾਰੇ ਦੇ ਲੈਂਸ ਪਾਏ ਜਾਣਗੇ ਔਰ ਸਾਰੇ ਦੇ ਅੱਖਾਂ ਦਾ ਟ੍ਰੀਟਮੈਂਟ ਕੀਤਾ ਜਾਏਗਾ ਔਰ ਕਿਸੇ ਨਿਰਾਸ਼ ਨਹੀਂ ਹੋਣਾ। ਅੱਜ ਸਾਡੇ ਕੋਲ ਤਾਜਪੁਰ ਤੋਂ, ਕੀ ਨਾਮ ਆਪ ਜੀ ਦਾ ਜੀ? ਹਾਂਜੀ, ਜਗੀਰੀ ਲਾਲ। ਹਾਂ, ਜਗੀਰੀ ਲਾਲ ਜੀ ਸਾਡੇ ਕੋਲ 4-5 ਦਿਨ ਤੋਂ ਆ, ਜਿਨ੍ਹਾਂ ਦਾ ਸ਼ੂਗਰ ਵੱਧ ਗਈ ਸੀ। ਫਿਰ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੀਟਮੈਂਟ ਕਰਕੇ ਤੇ ਸ਼ੂਗਰ ਨਾਰਮਲ ਕਰਕੇ ਇਹ ਸਾਡੇ ਕੋਲ ਹੀ ਆ ਉਦੋਂ ਦੇ। ਅੱਜ ਇਹਨਾਂ ਦਾ ਬਹੁਤ ਵਧੀਆ ਆਪਰੇਸ਼ਨ ਹੋਇਆ ਤੇ ਲੈਂਸ ਪਾਏ ਗਏ ਆ। ਤਾਂ ਅੱਜ ਇਹਨਾਂ 27 ਤਰੀਕ ਨੂੰ ਇਹਨਾਂ ਨੂੰ ਛੁੱਟੀ ਮਿਲਣੀ ਆ, ਇਹਨਾਂ ਦੇ ਲੈਂਸ ਪਾ ਦਿੱਤੇ ਗਏ। ਇੱਕ ਮਾਤਾ ਸਾਡੇ ਕੋਲ ਇੱਥੇ ਗਲਾਈਪੁਰ ਤੋਂ, ਉਹਨਾਂ ਦੀ ਕੋਈ ਅੱਖ ਮੇਰੇ ਦਿਲ 'ਚ ਆਇਆ, ਮੈਂ ਉਹ ਅੱਖ ਫਿਕੋ ਇੱਕ ਉਸੇ ਵੇਲੇ ਅਸੀਂ ਤਿਆਰ ਕਰਕੇ ਮਰੀਜ਼ ਨੂੰ ਘਰ ਭੇਜ ਦਿੰਦੇ ਆ। ਉਹਨੂੰ ਐਂਕ ਨਹੀਂ ਲਾਉਣੀ ਪੈਂਦੀ, ਨਾ ਪੱਟੀ ਵੜਨੀ ਪੈਂਦੀ ਹੈ। ਤਾਂ ਮੈਂ ਕਿਹਾ ਚਲੋ ਇਹਨਾਂ ਦੀ ਇੱਕ ਅੱਖ ਹੈ ਤੇ ਆਪਾਂ ਇਹਨਾਂ ਨੂੰ ਉਸ ਤਰ੍ਹਾਂ ਕਰ ਦੇਵਾਂਗੇ ਵੀ ਉਸੇ ਵੇਲੇ ਤੋੜ ਦੇਵਾਂਗੇ। ਇਹਨਾਂ ਨੂੰ ਪਤਾ ਮਹਿਸੂਸ ਹੋਵੇਗਾ ਕਿ ਮੇਰੀ ਅੱਖ ਤੇ ਪੱਟੀ ਬੰਨੀ ਹੋਈ ਆ। ਉਹ ਕਹਿਣ ਲੱਗੇ ਨਹੀਂ ਭਾਵੇਂ 2-4 ਦਿਨ 10 ਦਿਨ ਪੱਟੀ ਮੇਰੇ ਬੰਨ ਦਿਓ, ਪਰ ਮੈਂ ਅੱਖ ਉਸੇ ਤਰ੍ਹਾਂ ਬਣਾਉਣੀ ਜਿੱਦਾਂ ਹੋਰ ਸੰਗਤ ਦੇ ਬਣਾਉਂਦੇ ਆ। ਤੇ ਇਹ ਵੀ ਬਹੁਤ ਵੱਡੀ ਗੱਲ ਹੈ। ਕਿਸੇ ਨੂੰ ਹੁਣ ਆਪਾਂ ਦੇਖ ਰਹੇ ਆ, ਸਾਨੂੰ ਇੱਕਦਮ ਅੱਖਾਂ ਸਾਡੀਆਂ ਬੰਦ ਕਰ ਦੇਣੀਆਂ ਤਾਂ ਉਹਨੂੰ ਪਤਾ ਹੋਣਾ ਕਿ ਕੀ ਹਾਲ ਹੋ ਰਿਹਾ, ਕਿਉਂਕਿ ਕੁਝ ਵੀ ਨਹੀਂ ਦਿਸਣਾ। ਬੰਦਾ ਸਾਰਾ ਡੈਡ ਹੋ ਜਾਂਦਾ, ਸਮਝ ਲਓ ਸਾਰਾ ਕੁਝ ਉਹਦੇ ਲਈ। ਤੇ ਉਹਨਾਂ ਦਾ ਬਹੁਤ ਵੱਡਾ ਹੌਸਲਾ ਸੀ, ਬੜਾ ਉਹਨਾਂ ਨੂੰ ਨਮਸਕਾਰ ਕਰਦੇ ਆ। ਆ ਮਾਤਾ ਜੀ ਸਾਡੇ ਕੋਲ ਆ, ਤੁਹਾਨੂੰ ਦਿਖਾਉਂਦੇ ਆ। ਤੇ ਇਹਨਾਂ ਨੇ ਆਪਣਾ ਅੱਖ ਇਹਨਾਂ ਦੀ ਇੱਕੋ ਹੀ ਆ ਔਰ ਡਾਕਟਰ ਸਾਹਿਬ ਨੇ ਬੜੇ ਪਿਆਰ ਦੇ ਨਾਲ
ਮਾਤਾ ਜੀ ਹੁਣ ਤੁਹਾਨੂੰ ਦਿਸ ਰਿਹਾ ਚੰਗੀ ਤਰ੍ਹਾਂ? ਹਾਂ ਠੀਕ ਹੈ। ਤੋ ਮਾਤਾ ਜੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਅੱਖ ਤਿਆਰ ਕਰ ਦਿੱਤੀ ਗਈ ਆ ਤੇ ਦਵਾਈ ਦੇ ਦਿੱਤੀ ਗਈ ਆ। ਅਸੀਂ ਇਹਨਾਂ ਨੂੰ ਵੀ ਨਮਸਕਾਰ ਕਰਦੇ ਆ ਕਿ ਜਿਨ੍ਹਾਂ ਨੇ 8-9 ਘੰਟੇ ਆਪਣੀ ਅੱਖ ਬਿਨਾਂ ਲਾਈਟ ਤੋਂ ਮਾਲਕ ਦੀ ਕਿਰਪਾ ਦੇ ਨਾਲ ਕਈ ਵਾਰੀ ਮਹਿਸੂਸ ਹੁੰਦਾ ਕਿ ਮੇਰੀ ਅੱਖ ਦਿਸਣੋਂ ਹਟ ਗਿਆ, ਲੋਕ ਵਿਰੋਧ ਕਰਦੇ ਆ, ਪਰੇਸ਼ਾਨੀ ਹੁੰਦੀ, ਕਈ ਵਾਰੀ ਹਾਰਟ ਮਤਲਬ ਦਿਲ ਤੇ ਅਸਰ ਪੈਂਦਾ, ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਾਨੂੰ ਇਹਨਾਂ ਸੇਵਾ ਦਿੱਤੀ ਆ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਮਾਂ ਬਖਸ਼ ਕੀਤਾ ਔਰ ਸਾਡੇ ਵਿੱਚ ਬਹੁਤ ਵਧੀਆ ਜਿਹੜੇ ਸਮਾਜ ਸੇਵਕ ਆ ਔਰ ਸਮਾਜ ਦੀ ਸੇਵਾ ਕਰਨ ਵਾਲੇ ਔਰ ਸਾਡੇ ਮਹਾਂਪੁਰਖ ਜੀ ਬਾਬਾ ਜੀ ਸ਼ਿੰਗਾਰਾ ਰਾਮ ਜੀ, ਉਹਨਾਂ ਨੇ ਵੀ ਸਾਨੂੰ ਸੇਵਾ ਬਖਸ਼ੀ ਕੀਤੀ ਆ ਤੇ ਉਹ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ। ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਆ ਉੱਥੇ ਸਰਦਾਰ ਬੇਗਲ ਸੁੱਚਾ ਸਿੰਘ ਪਰਿਵਾਰ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਔਰ ਵਿਦੇਸ਼ ਬੈਠੇ ਹੋਏ ਸੰਗਤਾਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਇਸ ਸੰਸਥਾ ਦੇ ਨਾਲ ਔਰ ਇਸ ਕਾਰਜ ਲਈ ਸ਼ਾਮਲ ਆ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ। ਸਭ ਤੋਂ ਜ਼ਿਆਦਾ ਅਸੀਂ ਮੀਡੀਆ ਦਾ ਕਰਦੇ ਆ ਜਿਹੜੇ ਹਰ ਰੋਜ਼ ਆਪਣੀ ਰਿਕਾਰਡਿੰਗ ਕਰਕੇ ਸ਼ਾਮ ਨੂੰ ਉਹਨਾਂ ਤੱਕ ਪਹੁੰਚਾਈ ਜਾਂਦੀ ਆ। ਉਹ ਲੋਕ ਦੇਖਦੇ ਆ, ਆਪਾਂ ਇੱਥੇ ਆਪਣਾ ਕਰਵਾ ਰਹੇ ਹਾਂ ਨਾ, ਤੇ ਉਹ ਲੋਕ ਦੇਖਦੇ ਹਰ ਰੋਜ਼ ਵੀ ਕੀ ਅੱਜ ਹੋਇਆ, ਕਿਸ ਤਰ੍ਹਾਂ ਕੀਤਾ ਗਿਆ ਔਰ ਕਿੰਨਿਆਂ ਦਾ ਲੈਂਸ ਪਾਏ ਗਏ, ਕਿੰਨਿਆਂ ਨੂੰ ਆਪਾਂ ਇੱਥੋਂ ਮਾਲਕ ਦੇ ਚਰਨਾਂ 'ਚ ਅਰਦਾਸ ਕਰਕੇ ਤੇ ਉਹਨਾਂ ਨੂੰ ਘਰਾਂ 'ਚ ਭੇਜਿਆ ਠੀਕ ਠੂਕ ਕਰਕੇ, ਤੇ ਉਹ ਸਾਰੇ ਦੇਖ ਰਹੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਸਾਰੇ ਹੀ ਪਰਿਵਾਰਾਂ ਦਾ ਔਰ ਸਾਰੇ ਸੰਗਤਾਂ ਦਾ ਅਸੀਂ ਬਹੁਤ ਬਹੁਤ ਕੋਟ ਧੰਨਵਾਦ ਕਰਦੇ ਹਾਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਕਰਾਂਗੇ, ਸਾਡੇ ਕੋਲ ਦੇਣ ਵਾਸਤੇ ਕੁਝ ਨਹੀਂ ਹੈ, ਅਸੀਂ ਅਰਦਾਸ ਹੀ ਕਰ ਸਕਦੇ ਹਾਂ। ਉਹਨਾਂ ਲਈ ਅਸੀਂ ਅਰਦਾਸ ਕਰ ਸਕਦੇ ਹਾਂ ਤੇ ਮਾਲਕ ਉਹਨਾਂ ਲਈ ਉਹਨਾਂ ਨੂੰ ਤੰਦਰੁਸਤੀਆਂ ਬਖਸ਼ ਕਰੇ ਔਰ ਉਹਨਾਂ ਨੂੰ ਕਾਰੋਬਾਰਾਂ 'ਚ ਉਹਨਾਂ ਦੇ, ਕਿਉਂਕਿ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਬੈਠੇ ਆ ਔਰ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਤੁਸੀਂ ਸਾਰੇ ਦੇਖਦੇ ਨੈੱਟ ਦੁਆਰਾ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਔਰ ਉਹ ਲੋਕ ਆ ਜਿਹੜੇ ਸਾਡੇ ਦੇਸ਼ ਵਿੱਚ ਇੱਥੇ ਬੈਠੇ ਹੋਏ ਪੰਜਾਬ ਵਿੱਚ ਉਹਨਾਂ ਦਾ ਸੁੱਖ ਸ਼ਾਂਤੀ ਦੀ ਅਰਦਾਸ ਕਰਦੇ ਆ ਔਰ ਹੈਲਪ ਕਰਦੇ ਵੀ ਤੁਸੀਂ ਤੰਦਰੁਸਤ ਰਹੋ ਤੇ ਤੁਹਾਡੇ ਤੇ ਮਾਲਕ ਕਿਰਪਾ ਕਰੇ, ਤੁਸੀਂ ਮਾਲਕ ਦਾ ਸਿਮਰਨ ਕਰੋ। ਤੇ ਇਹ ਜਿਹੜੀਆਂ ਅੱਜ ਸਾਡੇ ਆਦੀਆਂ ਵਾਦੀਆਂ ਵਿਆਦੀਆਂ ਆਪਣੇ ਲੋਕੀ ਕਹਿੰਦੇ ਹੁੰਦੇ ਵੀ ਆਪਣੇ ਨੂੰ ਆਪ ਬਚਾਉਂਦੇ ਆ, ਪਰ ਸਾਡੇ ਆਪਣੇ ਆਪ ਨੂੰ ਮਾਰ ਰਹੇ ਆ, ਆਪਣੇ ਆਪ ਨੂੰ ਸਾਨੂੰ ਨੁਕਸਾਨ ਕਰ ਰਹੇ ਆ। ਅੱਜ ਮੈਂ ਸੁਣ ਰਿਹਾ ਸੀ ਕਿ ਉਹ ਸਥਿਤੀ ਬਣੀ ਹੋਈ ਆ ਕਿ ਬਾਹਰੋਂ ਜਦੋਂ ਬਾਰਡਰ ਤੇ ਦੁਨੀਆ ਦੂਸਰੇ ਦੇਸ਼ਾਂ 'ਚ ਆਉਂਦੇ ਨਾ ਉੱਥੇ ਪਾਬੰਦੀਆਂ ਹੁੰਦੀਆਂ ਤਾਂ ਸਾਡੇ ਦੇਸ਼ ਵਿੱਚ ਹੀ ਲੱਗੀਆਂ ਹੋਈਆਂ ਤੇ ਉਹ ਸਾਡੀਆਂ ਜਿਹੜੀਆਂ ਲੋਕਾਂ ਦੀਆਂ ਪਰੇਸ਼ਾਨੀਆਂ ਉਹ ਵਧੀਆਂ ਹੋਈਆਂ ਤੇ ਉਹਨਾਂ ਨੂੰ ਦੇਖਦੇ ਹੋਏ ਲੋਕ ਸਾਡੇ ਨਾਲ ਜੁੜੇ ਹੋਏ ਆ ਤੇ ਉਹ ਸਾਰੀ ਤਰ੍ਹਾਂ ਸਾਡੇ ਨਾਲ ਆ ਵੀ ਤੁਸੀਂ ਆਪਣੇ ਜਿੰਨੇ ਸਾਡੇ ਇਲਾਕੇ ਦੇ ਵਿੱਚ ਲੋਕ ਆ ਉਹ ਤੰਦਰੁਸਤ ਰਹਿਣ ਤੇ ਆਪਣੀ ਜ਼ਿੰਦਗੀ ਸੋਹਣੀ ਬਤੀਤ ਕਰਨ। ਇੱਕ ਲੈਂਸ ਜਿਸ ਵੇਲੇ ਅਸੀਂ ਪਾਉਣ ਜਾਂਦੇ ਆ ਤੇ 15,000 ਤੋਂ ਲੈ ਕੇ ਡਾਕਟਰ ਸਾਹਿਬ ਕਹਿੰਦੇ ਵੀ 900 ਦੀ ਦਵਾਈ ਇੱਕ ਟਾਈਮ ਦੀ ਤੁਹਾਨੂੰ ਦਿੱਤੀ ਜਾਂਦੀ ਆ। ਜਿਸ ਵੇਲੇ ਇਹਨਾਂ ਦਾ ਹਸਪੀਟਲ ਆ ਔਰ ਹਸਪੀਟਲ ਵਿੱਚ ਜਿਹੜਾ ਮਰੀਜ਼ ਜਾਂਦਾ ਪਹਿਲਾਂ 900 ਰੁਪਇਆ ਲਿਖਾਉਂਦੇ ਆ ਫਿਰ ਗੱਲ ਕਰਦੇ ਆ ਔਰ 300 ਰੁਪਇਆ ਫੀਸ ਉਹਨਾਂ ਦੀ ਚੈਕਿੰਗ ਕਰਨ ਦੀ ਆ ਤੇ ਆਪਾਂ ਕਿੱਥੋਂ ਲੈਣੇ? ਆਪਣੇ ਕੋਲ ਚਾਹ ਦਾ ਕੱਪ ਨਹੀਂ ਪੀਣ ਜੋਗੇ ਪੈਸੇ। ਇੱਕ ਦਵਾਈ ਆ 15 ਰੁਪਈਆਂ ਦੀ ਸ਼ੀਸ਼ੀ ਆਉਂਦੀ ਆ, ਉਹ ਆਪਾਂ ਨਾ ਅੱਖ 'ਚ ਪਾਈਏ ਤੇ ਬੋਤੀਆ ਹੋ ਜਾਂਦਾ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਅੱਖਾਂ ਦੀਆਂ ਹੋ ਜਾਂਦੀਆਂ ਤੇ ਉਹ ਤੋਂ ਬਿਨਾਂ ਠੀਕ ਨਹੀਂ ਹੁੰਦੀਆਂ, ਪਰ ਉਹ ਬੰਦਾ ਗਵਾ ਲੈਂਦਾ, ਉਹ 15 ਰੁਪਏ ਨਹੀਂ ਖਾਂਦਾ ਆਪਣੀ ਅੱਖ ਗਵਾ ਲੈਂਦਾ। ਤੇ ਇਹਨੂੰ ਗੁਰਬਾਣੀ ਦੇ ਵਿੱਚ ਰਤਨ ਦੱਸਿਆ। ਰਤਨ ਦਾ ਮਤਲਬ ਹੁੰਦਾ ਬਹੁਤ ਕੀਮਤੀ। ਉਹਦੀ ਜਿਹੜੀ ਭੇਟਾ ਹੀ ਹੈ ਨਾ, ਉਹ ਗੁਰੂ ਮਹਾਰਾਜ ਨੇ ਜਿਸ ਵੇਲੇ ਮਹਾਰਾਜ ਪਟਨਾ ਸਾਹਿਬ ਗਏ ਨਾ ਗੁਰੂ ਨਾਨਕ ਦੇਵ ਜੀ ਤੇ ਮਰਦਾਨੇ ਨੂੰ ਭੇਜਿਆ ਰਤਨ ਦੇ ਕੇ ਉਹ ਸਾਸ ਦੇ ਕੋਲ, ਉੱਥੇ ਦਾ ਜਿਹੜਾ ਸੀਗਾ ਨਾ ਪਾਖੂ ਜਿਹੜਾ ਸੀਗਾ, ਪਹਿਲਾਂ ਸਾਰੇ ਸ਼ਹਿਰ 'ਚ ਘੁੰਮਿਆ ਤੇ ਉਸ ਕਿਸੇ ਨੇ ਕੁਝ ਕਹਿੰਦਾ ਮੂਲੀਆਂ ਲੈ ਜਾ, ਸਾਗ ਲੈ ਜਾ, ਰੋਟੀ ਲੈ ਜਾ, ਫਲਾਨਾ ਲੈ ਜਾ। ਜਿਸ ਵੇਲੇ ਪਰਖੂ ਦੇ ਕੋਲ ਗਏ ਨਾ ਤੇ ਉਹਨਾਂ ਨੇ ਉਸ ਵੇਲੇ 1000 ਰੁਪਇਆ ਰੱਖ ਕੇ ਰਾਸਤਾ ਵਾਸਤਾ ਰੱਖ ਕੇ ਉਹਦੇ ਮੂਹਰੇ ਮੱਥਾ ਟੇਕਿਆ ਤੇ ਫਿਰ ਉਹਨੂੰ ਕਿਹਾ ਵੀ ਕਿੱਥੋਂ ਤੂੰ ਲੈ ਕੇ ਆਇਆ? ਉਹ ਕਹਿੰਦੇ ਮੇਰੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਹੁਣ ਦਰਸ਼ਨ ਕਰਨ ਆਉਣਾ। ਵਧੀਆ ਰਾਸਤਾ ਵਾਸਤਾ ਲੈ ਕੇ ਗਿਆ। ਉਹ ਕਹਿਣ ਲੱਗੇ ਵੀ ਮਹਾਰਾਜ ਹੋਰ ਤਾਂ ਸਾਰਾ ਕੁਝ ਠੀਕ ਆ, ਵੀ ਆ ਰਾਸਤਾ ਵਾਸਤਾ ਕਹਿੰਦੇ ਮਹਾਰਾਜ ਦੀ ਭੇਟ ਆ, ਮਤਲਬ ਇਹਦੀ ਮੈਂ ਦਰਸ਼ਨ ਕੀਤੇ ਰਤਨ ਦੇ। ਤੋ ਸੋਨੇ ਤੋਂ ਵੀ ਜ਼ਿਆਦਾ ਕੀਮਤੀ, ਹੀਰੇ ਤੋਂ ਵੀ ਜ਼ਿਆਦਾ ਕੀਮਤੀ ਰਤਨ ਹੁੰਦਾ। ਤੇ ਮਹਾਰਾਜ ਕਹਿੰਦੇ ਚੰਦਨ ਚੱਪਣ ਰਤਨ ਸੇ, ਰਤਨ ਕਹਿੰਦੇ ਅੱਖਾਂ ਨੂੰ। ਤੇ ਮਾਲਕ ਨੇ ਸਾਡੇ ਸਰੀਰ ਵਿੱਚ ਲਾਈਆਂ, ਉਹ ਇਹਦੀ ਕੋਈ ਕੀਮਤ ਨਹੀਂ। ਸਾਡੇ ਸਰੀਰ ਦੇ ਅੰਗਾਂ ਦੀ ਕੀਮਤ ਹੋ ਸਕਦੀ ਆ ਲੇਕਿਨ ਅੱਖ ਦੀ ਕੀਮਤ ਕੋਈ ਵੀ ਪਾ ਨਹੀਂ ਸਕਦਾ। ਤੇ ਇਸ ਕਰਕੇ ਮਾਲਕ ਨੇ ਸਾਨੂੰ ਬਹੁਤ ਵੱਡੀ ਪ੍ਰਾਪਰਟੀ ਦਿੱਤੀ ਆ ਤੇ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖਣਾ, ਆਪਾਂ ਇਹਨਾਂ ਦੀ ਹਿਫਾਜ਼ਤ ਕਰਨੀ ਆ। ਔਰ ਸਾਡੇ ਹੁਣ ਦੇਖਿਆ ਵੀ ਦਵਾਈ ਨਹੀਂ ਖਾਧੀ ਉਹਨਾਂ ਨੇ। ਦਵਾਈ ਨਾ ਖਾਣ ਦੇ ਨਾਲ ਅੰਦਰ ਜਿਸ ਵੇਲੇ ਗਿਆ ਉਹਨਾਂ ਦਾ BP ਵੀ ਡਾਊਨ ਹੋ ਗਿਆ, ਸ਼ੂਗਰ ਵੀ ਡਾਊਨ ਹੋ ਗਈ ਤੇ ਉਹ ਡਿੱਗ ਪਏ। ਉਹਨਾਂ ਨੂੰ 5 ਮਿੰਟ 10 ਮਿੰਟ ਬਾਅਦ ਹੋਸ਼ ਆਈ ਆ, ਕਿਉਂਕਿ ਸਾਡੀ ਅਣਗਹਿਲੀ ਆ, ਸਾਡੀ ਇਹ ਭੁੱਲ ਆ। ਆਪਾਂ ਜਿੱਦਾਂ ਡਾਕਟਰ ਸਾਹਿਬ ਦੱਸਦੇ ਆ ਉੱਦਾਂ ਦਵਾਈ ਖਾਣੀ ਸਾਰਿਆਂ ਨੇ, ਉਸ ਤਰ੍ਹਾਂ ਹੀ ਆਪਾਂ ਕਰਨਾ, ਫਿਰ ਆਪਾਂ ਠੀਕ ਰਹਾਂਗੇ। ਤੋ ਮਾਲਕ ਕਿਰਪਾ ਕਰੇ ਤੁਹਾਡੇ ਸਾਰਿਆਂ ਤੇ। ਇਹਨਾਂ ਨੇ ਸਾਨੂੰ ਸੇਵਾ ਬਖਸ਼ੀ ਕੀਤੀ ਆ ਔਰ ਜਿਨ੍ਹਾਂ ਦਾਨੀਆਂ ਨੇ ਦਾਨ ਕੀਤਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ, ਇਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਸਾਰੀਆਂ ਸੰਗਤਾਂ ਆਈਆਂ ਦਾ ਧੰਨਵਾਦ ਕਰਦੇ ਆ। ਤੇ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਇੱਕ ਫੋਟੋ ਲੈ ਕੇ
ਇਹਨਾਂ ਨੂੰ ਸਾਰਿਆਂ ਨੂੰ ਆਪਾਂ ਘਰ ਭੇਜਣਾ ਤੇ ਤੁਹਾਨੂੰ ਸਾਰਿਆਂ ਨੂੰ ਸਿਲੈਕਟ ਕਰਨਾ। ਤੁਸੀਂ ਜਲਦੀ ਜਲਦੀ ਆ ਜਿਓ। ਇਹਨਾਂ ਦੀ ਬੀਬੀ ਜੀ ਹੁਣ ਆਏ ਆ 11 ਵਜੇ, ਇਹਨਾਂ ਦੀ ਦੇਰੀ ਕਰਕੇ ਆਪਾਂ ਨੂੰ ਦੇਰ ਹੋਈ ਆ, ਇਸ ਕਰਕੇ ਆਪਾਂ ਟਾਈਮ ਨਾ ਆਉਣਾ। 8-9 ਵਜੇ ਆ ਜਾਓ, 10 ਵਜੇ ਆ ਜਾਓ। ਤੁਹਾਨੂੰ ਡਾਕਟਰ ਨੇ ਜਿਹੜੇ 9 ਵਜੇ ਟਾਈਮ ਦਿੱਤਾ 10 ਵਜੇ ਤੱਕ ਆ ਸਕਦੇ ਆ। ਉਸ ਤੋਂ ਬਾਅਦ ਦੂਸਰੇ ਇਹਨਾਂ ਨੂੰ ਸਿਲੈਕਟ ਕਰਨਾ ਆਪਾਂ ਸਾਰੀਆਂ ਫੈਕਟਰ ਕਰਾਂਗੇ। जो बोले सोनल पै संत बाबा प्रीतम दास महाराज की जय। बहुत ही सत्कारयोग संत बाबा निर्मल दास जी महाराज ਦੀ ਅਗਵਾਈ ਦੇ ਵਿੱਚ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿੱਚ ਜੋ ਅੱਖਾਂ ਦਾ ਆਪਰੇਸ਼ਨ ਚੈੱਕਅਪ ਡੈਂਟਲ ਚੈੱਕਅਪ ਦਾ ਕੁੰਭ ਲੱਗਿਆ ਹੋਇਆ। ਆਪ ਸੰਗਤਾਂ ਨੇ ਇਹ ਬੜੀ ਸੇਵਾ ਵੱਡੀ ਸੇਵਾ ਬਖਸ਼ਿਸ਼ ਕੀਤੀ ਹੈ। ਔਰ ਸਰਦਾਰ ਸੁੱਚਾ ਸਿੰਘ ਬੇਗਲ ਜੀ ਉਹਨਾਂ ਦੇ ਪੂਰੇ ਪਰਿਵਾਰ, ਬੀਬੀ ਅਮਰ ਕੌਰ ਜੀ ਜਿਨ੍ਹਾਂ ਨੇ ਬੜਾ ਵੱਡਾ ਕੁੰਭ ਲਾਇਆ ਬਾਬਾ ਜੀ ਦੀ ਪ੍ਰੇਰਨਾ ਸਦਕਾ, ਕਿਉਂਕਿ ਬਾਬਾ ਜੀ ਉਹਨਾਂ ਨੂੰ ਪ੍ਰੇਰਿਤ ਕਰਦੇ ਹਨ, ਉਹਨਾਂ ਨੂੰ ਆਸ਼ੀਰਵਾਦ ਦਿੰਦੇ ਹਨ। ਕਿਉਂਕਿ ਨਿਮਰਤਾ ਦਾਨ ਪੁੰਨ ਕਰਨ ਦਾ ਸਾਨੂੰ ਉਦੋਂ ਹੀ ਬਲ ਆਉਂਦਾ ਹੈ ਜਦੋਂ ਸਾਡੇ ਕੋਲ ਆਸ਼ੀਰਵਾਦ ਹੋਵੇ ਮਹਾਂਪੁਰਖਾਂ ਦਾ। ਉੱਦਾਂ ਤਾਂ ਸਾਡੇ ਕੋਲ ਕਰੋੜਾਂ ਰੁਪਈਆ ਅਸੀਂ ਘਰਾਂ 'ਚ ਰੱਖ ਕੇ ਬੈਂਕਾਂ ਦੇ ਵਿੱਚ ਗਲ ਜਾਏਗਾ, ਲੇਕਿਨ ਆਪਾਂ ਕਿਸੇ ਦੇ 10 ਰੁਪਏ ਦਾ ਵੀ ਕਿਸੇ ਦੀ ਉਹ ਨਹੀਂ ਕਰ ਸਕਦੇ, ਹੈਲਪ ਨਹੀਂ ਕਰ ਸਕਦੇ। ਸੋ ਇਹ ਜਿਹੜੀ ਕਿਸੇ ਦੀ ਸੇਵਾ ਕਰਨੀ ਹੈ ਬਹੁਤ ਵੱਡੀ ਗੱਲ ਹੈ। ਮਹਾਂਪੁਰਖ ਹੀ ਸਾਡੇ 'ਚ ਨਿਮਰਤਾ ਲਿਆਉਂਦੇ ਹਨ, ਪਿਆਰ ਲਿਆਉਂਦੇ ਹਨ, ਇੱਕ ਦੂਜੇ ਨਾਲ ਪਿਆਰ ਕਰਨਾ, ਨਿਮਰਤਾ ਦੇ ਨਾਲ ਬੋਲਣਾ, ਭਾਈਚਾਰਕ ਸਾਂਝ ਰੱਖਣੀ ਆ, ਇਹ ਸਾਡੇ ਆਸ਼ੀਰਵਾਦ ਸਦਕਾ ਹੀ ਹੁੰਦਾ। ਤਾਂ ਮੈਂ ਸਾਰੀ ਸੰਗਤ ਦਾ ਸਰਦਾਰ ਸੁੱਚਾ ਸਿੰਘ ਬੇਗਲ ਯੂਕੇ, ਬੀਬੀ ਅਮਰ ਕੌਰ ਸਾਰਿਆਂ ਦਾ ਜਿੰਨੇ ਵੀ ਉਹਨਾਂ ਨਾਲ ਜੁੜੇ ਹੋਏ ਹਨ ਉਹਨਾਂ ਦਾ ਕੋਟਨ ਧੰਨਵਾਦ, ਮੀਡੀਆ ਦਾ ਕੋਟਨ ਧੰਨਵਾਦ, ਸੰਗਤਾਂ ਦਾ ਸਭ ਤੋਂ ਵੱਡਾ ਧੰਨਵਾਦ ਜਿਨ੍ਹਾਂ ਨੇ ਸੇਵਾ ਬਖਸ਼ਿਸ਼ ਕੀਤੀ ਹੈ। ਔਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਰਿਆਂ ਨੂੰ ਪ੍ਰੇਰਿਤ ਕਰਕੇ ਆਪਣੇ ਨਾਲ ਜੋੜ ਕੇ ਸੇਵਾ ਕਰਾਉਂਦੇ ਹਨ। ਔਰ ਆਓ ਆਪਾਂ ਸਾਰੇ ਰਲ ਮਿਲ ਕੇ ਜੁੜੀਏ ਮਹਾਂਪੁਰਖਾਂ ਦੇ ਨਾਲ ਜੋ ਸਮਾਜ ਦੀ ਸੇਵਾ ਕਰਦੇ ਹਨ। ਆਪਾਂ ਸਾਰੇ ਉਹਨਾਂ ਨਾਲ ਜੁੜ ਕੇ, ਕਿਉਂਕਿ ਜਿਹੜੀ ਤੁਹਾਡੀ ਕਮਾਈ ਹੈ ਉਹ ਸਫਲ ਤਾਂ ਹੀ ਹੁੰਦੀ ਹੈ ਜਦੋਂ ਗੁਰੂਆਂ ਨੇ ਜਿਹੜੀ ਚਲਾਈ ਹੋਈ ਦਸਵੰਧ ਕੱਢਣੀ ਜ਼ਰੂਰੀ ਹੈ। ਜੇ ਤੁਸੀਂ 100 ਰੁਪਏ ਕਮਾਉਂਦੇ ਤਾਂ 10 ਰੁਪਏ ਆਪਣੀ ਗੋਲ ਵਿੱਚ ਪਾ ਲਓ, ਕਿਉਂਕਿ ਜਿਹੜੀ ਗੁਰੂ ਦੀ ਗੋਲਕ ਆ ਉਹ ਕਦੇ ਘਟਦੀ ਨਹੀਂ, ਹਮੇਸ਼ਾ ਵੱਧਦੀ ਹੈ। ਵੱਧ ਹੋ ਜਾਏ ਤੋਟ ਨਾ ਆਏ ਤੇ ਕਦੇ ਘਾਟਾ ਨਹੀਂ ਪੈਂਦਾ। ਨਹੀਂ ਤਾਂ ਕਈ ਵਾਰੀ ਤੁਹਾਡਾ ਪੈਸਾ ਕੋਈ ਗਲਤ ਆ ਜਾਂਦਾ ਤੇ ਬਿਮਾਰੀਆਂ ਤੇ ਲੱਗ ਜਾਂਦਾ, ਇਹੋ ਜਿਹੀ ਬਿਮਾਰੀ ਲੱਗ ਜਾਂਦੀ ਆ ਤਾਂ ਸਾਡਾ ਕਰੋੜਾਂ ਦਾ ਨੁਕਸਾਨ ਹੋ ਜਾਂਦਾ। ਇਹ ਦਸਵੰਧ ਕੱਢਣ ਦਾ ਮਤਲਬ ਕਿ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਔਰ ਸਾਡੇ 'ਚ ਨਿਮਰਤਾ ਪਿਆਰ ਬਣਿਆ ਰਹਿੰਦਾ ਹੈ। ਤਾਂ ਸਾਡੇ 'ਚ ਦੀਵਾਨਾ ਜੀ, ਸੰਤ ਬਾਬਾ ਜੀ ਪਹੁੰਚੇ ਨੇ, ਬੀਬੀ ਜੀ ਪਹੁੰਚੇ ਨੇ, ਸੰਤ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਡਾਕਟਰ ਗੁਪਤਾ ਜੀ, ਇਹਨਾਂ ਦੀ ਪੂਰੀ ਟੀਮ ਦਾ ਜਿਹੜੇ ਆਪਰੇਟ ਕਰਦੇ ਹਨ। ਤਾਂ ਮੈਂ ਬਾਬਾ ਜੀ ਅੱਗੇ ਬੇਨਤੀ ਕਰਾਂਗੀ ਕਿ ਇਹਨਾਂ ਤੇ ਆਪਣਾ ਆਸ਼ੀਰਵਾਦ ਆਪਣਾ ਰੱਖੋ ਤਾਂ ਜੋ ਸਭ ਦੀ ਵਧੀਆ ਸੇਵਾ ਕਰ ਸਕਣ। ਸਾਡੇ ਫਿਜ਼ੀਓਥੈਰੇਪੀ ਡਾਕਟਰ ਅਵਤਾਰ ਸਿੰਘ ਜੀ, ਨੀਰਜ ਜੀ ਔਰ ਡੈਂਟਲ ਡਿਪਾਰਟਮੈਂਟ ਸਾਰੇ ਡਾਕਟਰਸ, ਉਹਨਾਂ ਦਾ ਬਹੁਤ, ਡਾਕਟਰ ਅਨਿਲ ਕੁਮਾਰ ਜੀ, ਉਹਨਾਂ ਦੀ ਟੀਮ ਪੂਰੀ ਅੰਦਰ ਇਸ ਟਾਈਮ ਚੈੱਕਅਪ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਹੜੀ ਵੀ ਕੋਈ ਪੇਸ਼ੈਂਟ ਆਉਂਦਾ ਹੈ ਨਿਮਰਤਾ ਦੇ ਨਾਲ, ਪਿਆਰ ਦੇ ਨਾਲ, ਕਿਉਂਕਿ ਜਿਹੜਾ ਹਸਪੀਟਲ ਹੈ ਇਹ ਸੰਗਤ ਨੂੰ ਸਮਰਪਿਤ ਆ, ਸੰਗਤ ਦੇ ਸਪੁਰਦ ਆ, ਕਿਉਂਕਿ ਜਿਹੜਾ ਵੀ ਆਵੇ ਉਹ ਰਾਜੀ ਹੋ ਕੇ ਜਾਵੇ। ਤਾਂ ਸਾਰਿਆਂ ਦਾ ਕੋਟਨ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਿਸੇ ਨੇ ਇੰਗਲੈਂਡ ਤੋਂ ਸਾਨੂੰ ਕੱਲ੍ਹ ਟੈਲੀਫੋਨ ਕੀਤਾ ਕਿ ਤੁਸੀਂ ਸਾਰੀਆਂ ਗੌਰਮੈਂਟਾਂ ਨੇ ਹਦਾਇਤਾਂ ਹੈ ਕਿ ਹੋਰ ਤੁਸੀਂ ਉਹਦੇ ਅਨੁਸਾਰ ਚੱਲਦੇ ਪਰ ਤੁਸੀਂ ਆਪ ਮਾਸਕ ਨਹੀਂ ਲੈਂਦੇ। ਇੰਗਲੈਂਡ ਤੋਂ ਸਾਨੂੰ ਕਹਿੰਦੇ ਤੁਸੀਂ ਮਾਸਕ ਨਹੀਂ ਬੰਨ੍ਹਦੇ, ਭੈਣਾਂ ਨੂੰ ਕਹਿੰਦੇ ਇਹਨਾਂ ਨੂੰ ਮੇਰੇ ਸਾਹਮਣੇ ਕਰੋ ਇਹ ਕਿਉਂ ਨਹੀਂ ਮਾਸਕ ਬੰਨ੍ਹਦੇ। ਤੇ ਉਹ ਮਾਸਕ ਅਸੀਂ ਇਸ ਕਰਕੇ ਨਹੀਂ ਬੰਨ੍ਹਦੇ ਵੀ ਅਸੀਂ ਕੰਮ ਕਰਨਾ ਹੁੰਦਾ, ਕਈ ਵਾਰੀ ਗੱਲ ਨਹੀਂ ਸੁਣਦੀ ਦੂਸਰੇ ਨੂੰ, ਤੇ ਕੋਈ ਗੱਲ ਨਹੀਂ, ਅਸੀਂ ਉਹਨਾਂ ਕੋਲ ਮਾਫੀ ਤੇ ਜਾ ਚੁੱਕੇ ਹਾਂ। ਤੇ ਧੰਨਵਾਦ ਸਾਰਿਆਂ ਦਾ। ਮੈਂ ਦੀਵਾਨਾ ਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਇਹ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿੰਨੀ ਵੀ ਪੱਤਰਕਾਰ ਮਤਲਬ ਅਖਬਾਰ ਆ ਉਹ ਸਾਰੀ ਇਹਨਾਂ ਦੇ ਕਲਮ ਦੇ ਅਨੁਸਾਰ ਹੀ ਚੱਲਦੀ ਆ। ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਿੱਦਾਂ ਤੁਸੀਂ ਉੱਥੇ ਅਖਬਾਰਾਂ ਦੇ ਵਿੱਚ ਸੰਗਤ ਨੂੰ ਦੱਸਦੇ ਆ, ਅੱਜ ਇਹਨਾਂ ਦੇ ਸਾਹਮਣੇ ਜਿਹੜੀਆਂ ਅਖਬਾਰਾਂ ਛਪਦੀਆਂ ਜਾਂ ਉੱਥੇ ਖਬਰਾਂ ਸਾਡੀਆਂ ਜਾਂਦੀਆਂ ਉਹ ਦੀਵਾਨਾ ਜੀ ਛਪਦੇ ਆ। ਤੋ ਇਹਨਾਂ ਦੀ ਕਿਰਪਾ ਦੇ ਨਾਲ ਸੰਗਤਾਂ ਨੂੰ ਪਤਾ ਲੱਗਦਾ ਕਿ ਮੀਡੀਆ ਐਸਾ, ਇਹਨੂੰ ਮੀਡੀਆ ਨੂੰ ਕਹਿੰਦੇ ਮਾਧਿਅਮ ਕਹਿੰਦੇ ਆ। ਮਾਧਿਅਮ ਮਤਲਬ ਇਹਨਾਂ ਦੇ ਦੁਆਰਾ, ਜਿੱਦਾਂ ਤੁਸੀਂ ਕੜਵਾਈ ਕਰਦੇ ਨਾ ਆਪਣੇ ਨਿਆਣਿਆਂ ਦੀ ਤੇ ਵਿੱਚ ਵਿਚੋਲਾ ਹੁੰਦਾ, ਉਹਨੂੰ ਮਾਧਿਅਮ ਕਹਿੰਦੇ ਵਿਚੋਲੇ ਨੂੰ, ਵੀ ਅਗਲੇ ਨੂੰ ਜੋੜਨਾ ਮੋਹਰੇ ਤੇ ਸੈਂਟਰ ਵਿੱਚ ਖੜੇ ਹੋਣਾ, ਇਸ ਕਰਕੇ ਇਹਨੂੰ ਮਾਧਿਅਮ ਕਹਿੰਦੇ ਆ। ਮਾਧਿਅਮ ਦੇ ਦੁਆਰਾ ਹੀ ਸਾਰਾ ਕੁਝ ਹੁੰਦਾ। ਤੇ ਸਾਡੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਵੀ, ਜਿਨ੍ਹਾਂ ਨੇ ਸਾਨੂੰ ਦਰਸ਼ਨ ਦਿੱਤੇ ਆ, ਸਾਨੂੰ ਆਸ਼ੀਰਵਾਦ ਦੇਣ ਵਾਸਤੇ ਆਏ ਆ। ਤੇ ਮੈਂ ਦੀਵਾਨਾ ਜੀ ਨੂੰ ਇੱਕ ਸ਼ਬਦ ਕਹਿ ਕੇ ਫਿਰ ਆਪਾਂ ਫੋਟੋ ਵਧੀਆ ਜੀ। ਜੋ ਮੇਰੇ ਬਾਬਤ ਤੁਹਾਨੂੰ ਕਿਹਾ ਮੈਂ ਉਹਨੇ ਜੋਗਾ ਨਹੀਂ ਹੈ, ਸਿਰਫ ਇਹਨਾਂ ਦੀ ਬਦੌਲਤ ਹੈ। ਪਰ ਮੈਂ ਇੱਕ ਗੱਲ ਜੇ ਇਹਨਾਂ ਨੇ ਕਿਹਾ ਤਾਂ ਮੈਂ ਦੱਸ ਦੇਣੀ ਚਾਹੁੰਦਾ ਕਿ ਮੇਰਾ ਨਗਰ ਇੱਥੇ ਭੋਗਪੁਰ ਦੇ ਨਾਲ ਹੀ ਪਿੰਡ ਲੋਹਾਰਾ ਚੜ੍ਹ ਕੇ ਹੈ, ਪਰ ਅਸੀਂ ਸੰਨ 78 ਤੋਂ ਹੁਸ਼ਿਆਰਪੁਰ 'ਚ ਰਹਿ ਰਹੇ ਹਾਂ। ਮੈਂ ਕਹਿ ਸਕਦਾ ਕਿ ਪੂਰੇ ਵਰਲਡ ਵਿੱਚ ਸਭ ਤੋਂ ਘੱਟ ਪੜ੍ਹਿਆ ਪੱਤਰਕਾਰ ਤਰਸੇਮ ਦੀਵਾਨਾ ਆ, ਕਿਉਂਕਿ ਮੇਰੀ ਜਿਹੜੀ ਪੜ੍ਹਾਈ ਆ 7.5 ਪਾਸ ਆ ਤੇ ਮੈਂ ਸਟਾਫ ਰਿਪੋਰਟਰ BBC ਪੰਜਾਬ ਰੇਡੀਓ ਜਿਹੜਾ ਲੰਡਨ ਤੋਂ ਚੱਲਦਾ।
ਔਰ ਅਖਬਾਰਾਂ ਮੇਰੇ ਕੋਲ ਘੱਟ ਤੋਂ ਘੱਟ 25 ਤੋਂ 30 ਪੇਪਰ ਆ ਜਿਨ੍ਹਾਂ ਨੂੰ ਮੈਂ ਖਬਰਾਂ ਭੇਜਦਾ ਬਾਬਾ ਜੀ ਦੀਆਂ, ਔਰ ਬੜੀ ਪ੍ਰਮੁਖਤਾ ਨਾਲ ਉਹ ਜਿਹੜੀਆਂ ਅਖਬਾਰਾਂ ਉਹ ਛਾਪਦੀਆਂ ਨੇ। ਇੰਨਾ ਹੀ ਮੈਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਹਾਂ, ਕਿਉਂਕਿ ਸਾਡਾ ਵੀ ਆਪਰੇਸ਼ਨ ਹੋਣਾ ਆ, ਡਾਕਟਰ ਸਾਹਿਬ ਘੂਰਦੇ ਹੋਣੇ ਆ ਕਿ ਟਾਈਮ ਬਹੁਤ ਹੋ ਗਿਆ। ਧੰਨਵਾਦ ਜੀ। ਸਾਰੀ ਸੰਗਤ ਨੂੰ ਜੈ ਗੁਰਦੇਵ ਜੀ। ਸਾਡਾ ਇਲਾਜ ਕੀਤਾ ਨਾਲ ਸਾਨੂੰ ਰੋਸ਼ਨੀ ਦਿੱਤੀ, ਨਾਲ ਸਾਨੂੰ ਕੰਬਲ ਦਿੱਤੇ, ਨਾਲ ਸਾਨੂੰ ਤੁਸੀਂ ਕੰਮ ਕਿੱਥੇ ਕਰਦੇ ਆ? ਬਾਬਾ ਜੀ ਦੇ ਸਕੂਲ ਮਹਾਰਾਜ ਅਸੀਂ ਕਰਦੇ ਹਾਂ ਜੋੜਿਆ ਨੂੰ ਸਕੂਲ ਦਾ ਨਾਂ ਕੀ ਆ? ਗੁਰੂ ਰਵਿਦਾਸ ਪਬਲਿਕ ਸਕੂਲ ਦਾ ਦੇਖ ਲਓ। ਮਾਤਾ ਜੀ ਉੱਥੇ ਸਾਡੀ ਸਰਵਿਸ ਕਰਦੇ ਆ ਤੇ ਜੇ ਲੋਕ ਕੰਮ ਵੀ ਕਰਦੇ ਆ ਤੇ ਸੇਵਾ ਵੀ ਕਰਦੇ ਸਾਰੀ। ਤਨਖਾਹ ਵੀ ਦਿੰਦੇ ਨਾ? ਤਨਖਾਹ ਵੀ ਦੇ ਦਿੰਦੇ। ਮਤਲਬ ਤਨਖਾਹ ਮਿਲਦੀ ਕਿ ਨਹੀਂ? ਤਨਖਾਹ ਮਿਲਦੀ ਹੈ, ਮਹਾਰਾਜ ਜੀ ਤਨਖਾਹ ਦਿੰਦੇ ਆ ਸਾਨੂੰ। ਸਾਨੂੰ ਰਾਸ਼ਨ ਵੀ ਦੇ ਰਹੇ ਸੀਗੇ ਜਦੋਂ ਲੋਕਡਾਊਨ ਲੱਗਾ ਸੀ। ਸਾਡੇ ਬਾਬਾ ਜੀ ਬਹੁਤ ਸੇਵਾ ਕੀਤੀ। ਧੰਨਵਾਦ ਜੀ ਸਾਰਿਆਂ ਦਾ। ਇੱਕ ਮਾਤਾ पास जो हम बांधे मोह पास अपने छुटन को जतन करो, जो हम बांधे मोह पास हम प्रेम बंधन तुम बांधे, हम प्रेम बंधन तुम बांधे, प्रेम बंधन तुम बांधे, प्रेम बंधन तुम बांधे। पावन को हर राजा, पावन को हर राजा, जो हम बांधे मोह पास, 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 हम प्रेम बंधन तुम बांधे, 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 अपने छूटन को जतन करो, अपने छुटन को जतन करो, अपने छूटन को जतन करो, अपने छूटन को जतन करो। ताकत प्रेम वर्गी कोई होर नाही, ताकत प्रेम वर्गी कोई होर नाही। प्रेम करे सो झट बना देंदा, वाह, क्यों खंड दे मेवे खाण वालियां नूं प्रेम साग यमुना खवा देंदा। प्रेम वस हो के
प्रेम वस हो के महाभारत युद्ध अंदर प्रेम कृष्ण तो हक प्रेम कृष्ण दे हथ रथ हका देंदा प्रेम वस हो के कर कंजरा दे कलगीधर तो पैरा दबा देंदा पहरा दबा देंदा पहरा दबा देंदा प्रेम वस हो के मीरा जी दे प्रेम वस हो के प्रेम वस हो के प्रेम वस हो के मीरा जी दे प्रेम वस हो के मीरा जी दे घर जहर खुबा जहर पुला देंदा जहर पुला देंदा सप्पां दे हार बना के ते मीरा दे गल विच पा देंदा ताकत ताकत प्रेम वर्गी कोई होर नाही वाह ताकत प्रेम वर्गी कोई होर नाही प्रेम करे सो झट बना देंदा अपने छूटन को जतन करो अपने छुटन को जतन करो उनको हर राजा पावन को हर राजा पावन को हर राजा पावन को हर राजा आपन बाप नाही किसी को अपन बांधे नाही किसी को आपन बाप नाही किसी को अपन बांधे नाही किसी को अंदर सवा दुशासने अंदर सभा दुशासने मथे अंदर सवा दुशासने मथे वार द्रौपदी आंदी वाह अंदर सवा दुशासने मथे बाल द्रौपदियां दी दूतां नूं फरमाया नंगी करो पंचाली बांधी दूतां नूं फरमाया नंगी करो पंचाली बांधी पंजे पांडो देख दे पंजे पांडो देख दे औखट रुद्धि नार जिना दी कपड़ कोट वो सारन कपड़ कोट उसारन
ਥੱਕੇ ਕੱਪੜ ਕੋਟ ਉਸਾਰਨ ਪਾਏ ਅਨੁਸ਼ਾਸਨ ਦੁਸ਼ਾਸਨ ਕੋ ਪਾਏ ਅਨੁਸ਼ਾਸਨ ਦੁਸ਼ਾਸਨ ਕੋ ਬੇਗ ਬਲ ਧਾਇਓ ਹੈ द्रौपद चिरा द्रौपद सुता के चीर लायो पीर भारी है द्रौपदी दी टेर सुन द्रौपदी दी टेर सुन बेग धाए जग राई बाकी पैज राखी जामे भोज बल भारी है जाकी ताकी पैज राखी जामे भोज बल भारी है नारी बीच सारी है कि सारी बीच नारी है नारी ही की सारी है कि सारी ही की नारी है अंदर सभा दुशासने मथे बाल द्रौपदी आंदी पंजे पांडो देख दे और घट नारद पंजे पांडो देख दे और घट नारद औखट रुद्धि नार जिना दी कपड़ कोट उसारे थके बार न हाल जिना दी कर आए ठाकुर मिले खर आए ठाकुर मिले कर आए ठाकुर मिले कर आए ठाकुर मिले रही पैज मुखों शर्मा दी कर आए ठाकुर मिले रही पैज मुखों शर्मा दी लाज तुरा दी लाज तुरा दी लाज तुरा दी आपन बापे नाही पावन को हर राजा पावन को हर राजा आपन बाप नाही अपन बापे नाही किसी को ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਰਾਏਪੁਰ ਸੂਲਪੁਰ ਵਿਖੇ ਅੱਜ 6ਵੇਂ ਦਿਨ ਵੀ ਜਿਹੜੇ ਆ ਅੱਖਾਂ ਦੇ ਫਰੀ ਜਿਹੜੇ ਆ ਉਹ ਆਪਰੇਸ਼ਨ ਕੀਤੇ ਜਾ ਰਹੇ ਆ, ਲੈਂਜ ਪਾਏ ਜਾ ਰਹੇ ਆ। ਔਰ ਸਾਡੇ ਨਾਲ ਜੁੜੇ ਹਨ ਤਵਿੰਦਰ ਸਿੰਘ ਜੀ ਜਿਨ੍ਹਾਂ ਦਾ ਹੁਣੇ ਆਪਰੇਸ਼ਨ ਹੋਇਆ ਹੈ। ਆਓ ਜਾਣਦੇ ਹਾਂ ਕਿ ਉਹਨਾਂ ਦਾ ਆਪਰੇਸ਼ਨ ਕਿਸ ਤਰ੍ਹਾਂ ਤੇ ਠੀਕ ਠਾਕ ਹੋਇਆ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਬਾ ਜੀ, ਕਿੱਦਾਂ ਤੁਹਾਡਾ ਆਪਰੇਸ਼ਨ ਜਿਹੜਾ ਠੀਕ ਠਾਕ ਹੋਇਆ? ਹਾਂਜੀ ਜੀ, ਬਹੁਤ ਵਧੀਆ ਆਪਰੇਸ਼ਨ ਮੇਰਾ ਹੋਇਆ। ਆਪਰੇਟ ਹੋਣ ਨੂੰ ਵੀ ਟਾਈਮ ਵੀ ਕੁਛ ਨਹੀਂ ਲੱਗਾ, ਸਿਰਫ 2-3 ਮਿੰਟ ਦਾ ਸਮਾਂ ਲੱਗਾ। ਔਰ ਕੋਈ ਤਕਲੀਫ ਨਹੀਂ, ਕੋਈ ਟਾਂਕਾ ਨਹੀਂ, ਕੋਈ ਪੱਟੀ ਨਹੀਂ। ਔਰ ਮੈਨੂੰ ਬਿਲਕੁਲ ਵਧੀਆ ਨਜ਼ਰ ਮੇਰੀ ਠੀਕ ਦਿਸ ਰਿਹਾ ਜੀ। ਜੋ ਬੇਗਲ ਪਰਿਵਾਰ ਵੱਲੋਂ ਜੋ ਯੂਕੇ ਦੇ ਵਿੱਚ ਰਹਿੰਦੇ, ਹਰ ਸਾਲ ਉਹਨਾਂ ਵੱਲੋਂ ਇਹ ਕੈਂਪ ਲਗਾਇਆ ਜਾਂਦਾ ਤੇ ਬਾਬਾ ਜੀ ਵੀ ਸਾਰਾ ਪ੍ਰਬੰਧ ਕਰਦੇ ਆ ਤੇ ਕੋਈ ਕਮੀ ਪੇਸ਼ੀ ਸਾਨੂੰ ਲੱਗੀ ਨਹੀਂ ਜੀ। ਬਹੁਤ
ਅਪਾਰ ਕਿਰਪਾ ਆ ਬੇਗਲ ਪਰਿਵਾਰ ਦੇ ਉੱਤੇ ਵੀ, ਔਰ ਬਾਬਾ ਜੀ ਵੀ ਬਹੁਤ ਹੀ ਆਪਣੀ ਸ਼ਰਧਾ ਦੇ ਨਾਲ ਸੰਗਤ ਦੀ ਸੇਵਾ ਕਰ ਰਹੇ ਆ। ਬਹੁਤ ਇਹਨਾਂ 'ਤੇ ਬਹੁਤ ਕਿਰਪਾ ਆ ਜੀ। ਇੱਦਾਂ ਦਾ ਸੁਭਾਗ ਕਿਸੇ ਕਿਸੇ ਨੂੰ ਸੇਵਾ ਦਾ ਮਿਲਦਾ ਆ। ਮਹਾਰਾਜ ਕਿਰਪਾ ਕਰਨ ਔਰ ਇਹਨਾਂ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾਉਣ ਔਰ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਦੇ ਰਹਿਣ ਜੀ। ਧੰਨਵਾਦ। ਸਾਡੇ ਨਾਲ ਜੋ ਤਰਸੇਮ ਦੀਵਾਨਾ ਜੀ ਜੋ ਹੁਸ਼ਿਆਰਪੁਰ ਤੋਂ ਉੱਘੇ ਸਮਾਜ ਸੇਵਕ ਵੀ ਹਨ, ਸੋ ਆਓ ਉਹਨਾਂ ਤੋਂ ਵੀ ਜਾਣਦੇ ਹਾਂ ਕਿ ਉਹਨਾਂ ਦਾ ਆਪਰੇਸ਼ਨ ਕਿਸ ਤਰ੍ਹਾਂ ਦਾ ਹੋਇਆ ਜੀ। ਸਾਰੇ ਦਰਸ਼ਕਾਂ ਨੂੰ, ਪ੍ਰੇਮੀਆਂ ਨੂੰ, ਸੰਗਤਾਂ ਨੂੰ ਮੇਰੀ ਵੱਲੋਂ, ਤਰਸੇਮ ਦੀਵਾਨਾ ਜੀ ਵੱਲੋਂ ਜੈ ਗੁਰਦੇਵ ਜੀ। ਬਾਕੀ ਇਹ ਜੋ ਕੈਂਪ ਹੈ ਬਾਬਾ ਪ੍ਰੀਤਮ ਦਾਸ ਜੀ ਦੀ ਰਹਿਮਤ ਸਦਕਾ, ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਬੇਗਲ ਪਰਿਵਾਰ ਦੇ ਸਹਿਯੋਗ ਸਦਕਾ ਲਗਾਇਆ ਜਾਂਦਾ। ਇਹਦੇ ਵਿੱਚ ਗਰੀਬ ਗੁਰਬੇ ਜਿਨ੍ਹਾਂ ਨੂੰ ਕਿ ਤਕਰੀਬਨ ਕੋਈ ਵੀ ਹਸਪਤਾਲ ਵਾਲਾ ਨੇੜੇ ਨਹੀਂ ਲੱਗਣ ਦਿੰਦਾ, ਉਹ ਇੱਥੇ ਆਣ ਕੇ ਅੱਖਾਂ ਆਪਣੀਆਂ ਬਣਾਉਂਦੇ ਨੇ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਇੱਥੇ ਅਰੇਂਜ ਕੀਤਾ ਹੋਇਆ ਆ, ਲੰਗਰ ਦਾ, ਚਾਹ ਪਾਣੀ ਦਾ ਔਰ ਇੱਥੇ ਤੱਕ ਕਿ ਰਹਿਣੇ ਦਾ ਵੀ ਅਰੇਂਜ ਕੀਤਾ ਗਿਆ ਆ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਨਿਰਮਲ ਦਾਸ ਜੀ ਹੋਰਾਂ ਦਾ, ਭੈਣ ਸੰਤੋਸ਼ ਕੁਮਾਰ ਜੀ ਹੋਰਾਂ ਦਾ, ਜਿਨ੍ਹਾਂ ਦੀ ਬਦੌਲਤ ਅੱਜ ਮੈਨੂੰ ਵੀ ਨਿਮਾਣੇ ਨੂੰ ਇੱਥੇ ਅੱਖਾਂ ਬਣਾਉਣ ਦਾ ਮੌਕਾ ਸੁਭਾਗਿਆ ਮਿਲਿਆ। ਜਿਹੜੇ ਗਰੀਬ ਪਰਿਵਾਰ ਨਹੀਂ ਕਰਵਾ ਸਕਦੇ ਇਲਾਜ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਮੈਂ ਗਰੀਬ ਪਰਿਵਾਰਾਂ ਨੂੰ ਬੇਨਤੀ ਕਰੂੰਗਾ ਕਿ ਪਿੰਡ ਰਾਏਪੁਰ ਰਸੂਲਪੁਰ ਜ਼ਿਲ੍ਹਾ ਜਲੰਧਰ, ਜੋ ਕਿ ਜਲੰਧਰ ਰੋਡ ਤੋਂ ਭੋਗਪੁਰ ਰੋਡ 'ਤੇ ਪੈਂਦਾ ਆ, ਉੱਥੇ ਡੇਰਾ ਸੰਤ ਬਾਬਾ ਨਿਰਮਲ ਦਾਸ ਜੀ ਗੱਦੀ ਨਸ਼ੀਨ ਨੇ ਜੌੜੇ ਬਾਬਾ ਜੀ ਦਾ ਡੇਰਾ ਹੈਗਾ ਆ। ਇੱਥੇ ਹਰ ਸਾਲ ਜਿਹੜਾ ਕੈਂਪ ਬੜੀ ਸ਼ਰਧਾ ਪੂਰਵਕ ਲਗਾਇਆ ਜਾਂਦਾ ਹੈ। ਸੋ ਮੈਂ ਗਰੀਬ ਪਰਿਵਾਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਅਮੀਰ ਪਰਿਵਾਰ 'ਤੇ ਜਾ ਕੇ ਅਮਰੀਕਾ ਕੈਨੇਡਾ ਦੇ ਵਿੱਚ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਦਾ, ਬੜੇ ਬੜੇ ਹਸਪਤਾਲਾਂ 'ਚ ਕਰਾ ਸਕਦਾ, ਪਰ ਗਰੀਬਾਂ ਨੂੰ ਇਹੀ ਅਮਰੀਕਾ, ਇਹੀ ਕੈਨੇਡਾ ਹੈ ਔਰ ਇਹੀ ਵੱਡੇ ਵੱਡੇ ਹਸਪਤਾਲ ਨੇ, ਇੱਥੋਂ ਹੀ ਆਣ ਕੇ ਇਲਾਜ ਕਰਵਾਉਣਾ ਚਾਹੀਦਾ, ਜਿਹੜਾ ਕਿ ਫ੍ਰੀ ਆਫ ਕਾਸਟ, ਬਿਲਕੁਲ ਮਤਲਬ ਕਹਿੰਦਾ ਕਿਸੇ ਚੀਜ਼ ਗੱਲੋਂ ਵੀ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਇੱਥੇ। ਧੰਨਵਾਦ ਜੀ ਦੀਵਾਨਾ ਜੀ ਆਪ ਜੀ ਦਾ। कितना टाइम लगा आपको? ये मिंदर सिंह है जी, इन्हों की एक कोई आँख है और इन्हों का पोर्टेबल लेंस पाया गया बिना ये ताकि इन्होंने कोई पट्टी नहीं की गई। बाबा जी ने हुक्म के नाल सारा कुछ हो रहा है। और मिंदर सिंह जी कल से है अपनी दिनचर्या पूरी तरह से कर सकेंगे। ये 24 घंटे के अंदर इन्हों की रिकवरी हो जाएगी। तो बहुत बहुत धन्यवाद मिंदर सिंह जी, बहुत धन्यवाद तुहाडा भी। चलो एक कोई आँख है इन्हों की, इसलिए इन्होंने थोड़े और दिखाओ मुझे अभी अच्छी ना, पट्टी नहीं बांधी, पट्टी तो नहीं बांधी ना डॉक्टर साहब ने? नहीं बांधी। जो सीधे देख लो, सीधा दिखाई देता है जैसे पहले आए हैं। उधर देखो वो कैमरा आपको शूट कर रहा है। हाँ देखो ये सामने देखो कैमरा इधर। हाँ जी माधवे जानत हो, जानत हो जैसी तैसी, अब कहाँ करोगे ऐसी ऐसी। माधवे जानत हो जैसी तैसी, अब कहाँ करेगो ऐसी ऐसी, अब कहाँ करेगो ऐसी। माधवे
जानत हो जैसी तैसी। अब कहाँ कर है गो ऐसी, कहाँ करे गो ऐसी। पावन को हर राजा, पावन को हर राजा। आपन बाप नाही किसी को, अपन बाप नाही किसी को, अपन बाप नाही किसी को। आपन ਹਾਂਜੀ ਹੁਣੇ ਇੱਕ ਪ੍ਰਸ਼ਨ ਹੋਇਆ ਆ ਉਹ ਬਜ਼ੁਰਗਾਂ ਦਾ, ਸੋ ਉਹਨਾਂ ਤੋਂ ਵੀ ਜਾਣਦੇ ਆ ਜਿਹੜੀ ਉਹਨਾਂ ਦੀ ਉਹਨਾਂ ਦੇ ਨਾਲ ਆ, ਉਹ ਦੱਸਣਗੇ ਸਾਰਾ। ਹਾਂਜੀ ਭਾਜੀ, ਕਿੰਨੇ ਚਿਰ ਤੋਂ ਸੀ ਹਾਂਜੀ, ਨਿਗਾਹ ਕਿੰਨੇ ਚਿਰ ਤੋਂ ਖਰਾਬ ਸੀ? ਇਹਨਾਂ ਦੀ ਹੋ ਗਈ ਆ 6 ਮਹੀਨੇ ਇੱਦਾਂ ਹੀ ਚੱਲਦਾ ਸੀਗਾ। ਤੇ ਇੱਥੇ ਪਹਿਲਾਂ ਚੈੱਕਅਪ ਕਰਾਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਹੁਣ ਕੈਂਪ 'ਚ ਆਪਰੇਸ਼ਨ ਕਰਾਇਆ। ਦੋਨਾਂ ਅੱਖਾਂ ਦੀ ਨਿਗਾਹ ਨਹੀਂ ਸੀ ਕਿ ਇੱਕ ਦੀ? ਨਹੀਂ, ਇੱਕ ਅੱਖ ਤਾਂ ਆਲਰੇਡੀ ਹੈ ਨਹੀਂ ਗੀ ਤੇ ਇੱਕੋ ਹੀ ਅੱਖ ਆ ਤੇ ਉਹਦਾ ਹੀ ਆਪਰੇਸ਼ਨ ਕਰਾਉਣਾ ਸੀਗਾ ਤੇ ਬਿਨਾਂ ਪੱਟੀ ਵਾਲਾ ਕੀਤਾ ਤੇ ਮੈਂ ਥੈਂਕਫੁਲ ਹਾਂ। ਕਿੱਦਾਂ ਠੀਕ ਹੋਇਆ ਸਾਰਾ ਕੁਝ? ਹਾਂਜੀ ਹਾਂਜੀ ਹਾਂਜੀ। ਪੈਸਾ ਤਾਂ ਨਹੀਂ ਲਿਆ ਗਿਆ ਤੁਹਾਡਾ? ਨਹੀਂ ਨਹੀਂ, ਕੋਈ ਪੈਸਾ ਨਹੀਂ, ਫ੍ਰੀ ਆ ਕੈਂਪ। ਕਿੰਨੀ ਏਜ ਹੈ ਇਹਨਾਂ ਦੀ? ਇਹਨਾਂ ਦੀ ਆਈ ਥਿੰਕ 85 ਪਲੱਸ ਆ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਆ ਨਾਲ ਹੀ ਆ, ਬੈਕ ਸਾਈਡ ਤੇ ਰੰਧਾਵਾ ਹਾਂਜੀ, ਮਸੰਦ ਦਾ। ਬਹੁਤ ਵਧੀਆ। ਕੋਈ ਤਕਲੀਫ ਕੋਈ ਨਹੀਂ 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 ਨਹੀਂ, ਕੋਈ ਤਕਲੀਫ ਨਹੀਂ ਹੈ, ਬਹੁਤ ਵਧੀਆ। ਉਹਦੇ ਵਿੱਚ ਕੋਈ ਕਮੀ ਪੇਸ਼ੀ? ਨਹੀਂ ਨਹੀਂ, ਸਭ ਕੁਝ ਬਹੁਤ ਵਧੀਆ। ਆਪ ਜੀ ਤੋਂ ਪੈਸਾ ਤਾਂ ਨਹੀਂ ਲਿਆ ਗਿਆ? ਨਹੀਂ ਜੀ, ਨਹੀਂ ਜੀ, ਬਿਲਕੁਲ ਨਹੀਂ। ਤੁਹਾਨੂੰ ਆਪ ਜੀ ਨੇ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਰੇਸ਼ਨ ਅੱਜ ਵੀ ਸੰਤ ਬਾਬਾ ਪ੍ਰੀਤਮ ਦਾਸ ਜੀ ਚੈਰੀਟੇਬਲ ਹਸਪੀਟਲ ਵਿਖੇ ਚੱਲ ਰਿਹਾ ਆ, ਔਰ ਲਗਾਤਾਰ ਜਿਹੜੇ ਆਪਰੇਸ਼ਨ ਹੋ ਰਹੇ ਆ ਤੇ ਸਾਰੇ ਹੁਣੀ ਹੋ ਰਿਹਾ, ਇਹਨਾਂ ਦਾ ਵੀ ਜਾਣਦੇ ਆ। ਹਾਂਜੀ, ਤੁਹਾਡਾ ਆਪਰੇਸ਼ਨ ਠੀਕ ਠਾਕ ਹੋਇਆ ਜੀ? ਬਹੁਤ ਵਧੀਆ ਹੋ ਗਿਆ ਜੀ, ਪ੍ਰਮਾਤਮਾ ਦੀ ਦਇਆ। ਕਦੇ ਪਰੇਸ਼ਾਨੀ ਆਈ ਹੋਵੇ? ਕੋਈ ਪਰੇਸ਼ਾਨੀ ਨਹੀਂ ਆਈ ਜੀ, ਬਹੁਤ ਦਇਆ ਹੋਈ ਹੈ। ਆਪ ਜੀ ਦਾ ਨਾਮ ਜੀ? ਫਕੀਰ ਚੰਦ, ਕਿੱਥੋਂ ਆਏ ਹੋ? ਕਿਸ਼ਨਪੁਰ ਤੋਂ। ਠੀਕ ਹੈ ਜੀ। ਨਾਲ ਤੁਹਾਡੇ ਆਇਆ ਕੋਈ? ਨਹੀਂ ਜੀ, ਤੇ ਤੁਸੀਂ ਇਕੱਲੇ ਹੀ ਆਏ ਹੋ? ਟੈਂਪੂ 'ਚ ਲਿਆ ਸੀ, ਉਹ ਚਲੇ ਗਿਆ ਜੀ। ਕਿੰਨੇ ਚਿਰ ਤੋਂ ਤੁਹਾਡੀ ਅੱਖ ਦਾ ਜੀ? ਹਾਂਜੀ, ਅੱਖ ਕਿੰਨੇ ਚਿਰ ਤੋਂ ਨਿਗਾਹ ਤੁਹਾਡੀ ਖਰਾਬ ਸੀ ਮੈਨੂੰ? ਇਹ ਹੋ ਹੀ ਗਿਆ ਹੋਣਾ ਸਾਲ ਕੁ ਜੀ, ਠੀਕ ਹੈ। ਬਹੁਤੀ ਨਹੀਂ ਹੁਣ ਹਿਸਾਬ ਦੀ ਸੀ ਜੀ। ਹੁਣ ਠੀਕ ਠਾਕ ਹੋ ਗਿਆ ਆਪਰੇਸ਼ਨ ਠੀਕ ਤੁਹਾਡਾ? ਹੈ, ਬਹੁਤ ਵਧੀਆ ਹੋ ਗਿਆ। ਸੋ ਸਾਡੇ ਨਾਲ ਪੱਟੀ ਸਾਹਿਬ ਵੀ ਇਹਨਾਂ ਦੇ, ਤੁਹਾਡੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਪੱਟੀ ਸਾਹਿਬ, ਕਿੰਨੇ ਕੁ ਆਪਰੇਸ਼ਨ ਹੋ ਗਏ ਇੱਥੇ ਅੱਜ ਦੀ? ਅੱਜ ਤਕਰੀਬਨ 20 ਹੋ ਚੁੱਕੇ ਜੀ। ਤੇ ਸਾਰਾ ਪ੍ਰਬੰਧ ਸਹੀ ਚੱਲ ਰਿਹਾ? ਸਭ ਬਹੁਤ ਵਧੀਆ ਜੀ, ਫਸਟ ਕਲਾਸ ਚੱਲ ਰਿਹਾ ਸਾਰਾ ਪ੍ਰਬੰਧ। ਬਾਬਾ ਜੀ ਦੀ ਅਪਾਰ ਕਿਰਪਾ ਹੈਗੀ ਆ ਤੇ ਬਾਬਾ ਜੀ ਦੀ ਬਖਸ਼ਿਸ਼ ਨਾਲ ਸਾਰਾ, ਤੇ ਬਾਬਾ ਜੀ ਦਾ ਆਸ਼ੀਰਵਾਦ ਹੈ। ਅੱਜ ਵੀ ਨਵੀਂ OTP ਹੋਈ? ਹਾਂਜੀ ਹਾਂਜੀ, ਉਹ ਤਾਂ ਜਿੱਦਾਂ ਮਤਲਬ ਇੰਸਟਰਕਸ਼ਨ ਹੈਗੇ ਸੁੱਚਾ ਸਿੰਘ ਬੇਗਲ ਉਹਨਾਂ ਦੇ ਪਰਿਵਾਰ ਜਿਹੜੇ ਨਹੀਂ, ਤਾਂ ਸੁੱਚਾ ਸਿੰਘ ਦਾ ਪਰਿਵਾਰ ਹੈ, ਬੀਬੀ ਅਮਰ ਕੌਰ ਹੈ, ਉਹਨਾਂ ਦਾ ਸਾਰਾ ਜਿੱਦਾਂ ਵੀ ਇੰਸਟਰਕਸ਼ਨ ਹੈਗੀਆਂ, ਤੇ ਉਹਨਾਂ ਨੇ ਬਸ ਲੰਗਰ ਖੁੱਲ੍ਹਾ ਲਾਇਆ ਜੀ, ਬਾਬਾ ਜੀ ਦੀ ਕਿਰਪਾ। ਪਰ ਸਾਡੀ ਇੱਕ ਹੈ ਕਿ ਮਤਲਬ ਗੌਰਮੈਂਟ ਵੱਲੋਂ ਸਾਡੀ ਮਜਬੂਰੀ ਹੈ, ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹਦੇ ਕਰਕੇ ਅਸੀਂ ਥੋੜ੍ਹਾ ਜਿਹਾ ਨਹੀਂ ਕਰ ਸਕਦੇ, ਤੇ ਅਦਰਵਾਈਜ਼ ਤਾਂ ਸਾਨੂੰ ਫਿਰ ਉਹ 30 ਤੋਂ 35 ਦੇ ਵਿੱਚ ਅਸੀਂ ਰਹਿ ਸਕਦੇ ਹਾਂ, ਹੈ ਨਾ ਜੀ। ਤੇ ਬਾਕੀ ਸੁੱਚਾ ਸਿੰਘ ਜੀ ਵੱਲੋਂ ਤਾਂ ਖੁੱਲ੍ਹਾ ਲੰਗਰ ਹੈ, ਜਿੰਨਾ ਵੀ ਕਿਸੇ ਸੇਵਾ, ਸਮਾਜ ਦੀ ਸੇਵਾ ਆ। ਪਰ ਅਸੀਂ ਆਪਣੇ ਵੱਲੋਂ ਵੀ, ਸੰਗਤ ਵੱਲੋਂ ਵੀ, ਬਾਬਾ ਜੀ ਵੱਲੋਂ ਵੀ, ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਪੂਰੀ ਬਖਸ਼ਿਸ਼ ਨਾਲ ਸਾਰਾ ਕੀਤਾ ਹੈ, ਕਿਰਪਾ ਨਾਲ। ਤੇ ਬਾਕੀ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਦਾ ਪੂਰਾ ਆਸ਼ੀਰਵਾਦ ਹੈ, ਜਿਹਦੇ ਅੱਗੇ ਸਭ ਠੀਕ ਠਾਕ ਚੱਲ ਰਿਹਾ ਜੀ। ਠੀਕ ਹੈ ਨਾ। ਅਸੀਂ ਆਪਣੇ ਵੱਲੋਂ ਆਪਣੀ ਸ਼੍ਰੀਮਾਨ 108 ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ, ਸਰਦਾਰ ਸੁੱਚਾ ਸਿੰਘ ਬੇਗਲ ਵੱਲੋਂ, ਸਾਰੀ ਸੰਗਤ ਵੱਲੋਂ, ਜਨਤਕ TV ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਦੇ ਥਰੂ ਸਾਰੇ ਵਰਲਡ ਵਿੱਚ ਪਹੁੰਚ ਰਿਹਾ, ਮੀਡੀਆ ਪਹੁੰਚ ਰਿਹਾ ਹੈ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਧੰਨਵਾਦ ਜੀ ਪੱਟੀ ਸਾਹਿਬ ਦਾ, ਜਿਨ੍ਹਾਂ ਨੇ ਅੱਜ ਦਾ ਸਾਰਾ ਵੇਰਵਾ ਦੱਸਿਆ ਔਰ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਜਿਹੜੀਆਂ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ।